ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਤੁਹਾਨੂੰ ਸੰਤ ਬਾਬਾ ਆਨੰਦ ਸਿੰਘ ਜੀ ਨਾਨਕਸਰ ਖਲੇਰਾ ਵਾਲਿਆਂ ਦੀਆਂ ਸਾਖੀਆਂ ਬਾਰੇ ਜਾਣੂ ਕਰਾ ਰਹੇ ਹਾਂ, ਜੋ ਕਿ ਉਹਨਾਂ ਦੀ ਬੁੱਕ ਆਨੰਦ ਸਰੋਵਰ ਜੀਵਨ ਸੰਤ ਬਾਬਾ ਆਨੰਦ ਸਿੰਘ ਜੀ ਨਾਨਕਸਰ ਖਲੇਰਾ ਵਾਲੇ ਵਿੱਚ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ। ਅੱਜ ਅਸੀਂ ਉਹਨਾਂ ਦੀ ਅਗਲੀ ਸਾਖੀ ਪਟਿਆਲੇ ਵੱਲੋਂ ਬੇਨਤੀ ਬਾਰੇ ਤੁਹਾਨੂੰ ਜਾਣੂ ਕਰਾਵਾਂਗੇ। ਮਹਾਰਾਜਾ ਭੁਪਿੰਦਰ ਸਿੰਘ ਸਾਹਿਬ ਲਗਭਗ 2 ਵਰ੍ਹਿਆਂ ਤੋਂ ਬਿਮਾਰ ਚਲੇ ਆ ਰਹੇ ਸਨ, ਪਰ ਸ਼ੁਰੂ ਸਨ 1938 ਵਿੱਚ ਉਹਨਾਂ ਦੀ ਸਿਹਤ ਬਹੁਤ ਵਿਗੜ ਗਈ। ਬੜੇ ਇਲਾਜ ਕੀਤੇ। ਸਵਿਟਜ਼ਰਲੈਂਡ ਤੋਂ ਵੀ ਇੱਕ ਡਾਕਟਰ ਬੁਲਾਇਆ ਗਿਆ, ਜਿਸ ਤੇ 3 ਦਿਨਾਂ ਵਿੱਚ 3 ਲੱਖ ਰੁਪਇਆ ਖਰਚ ਹੋਇਆ, ਪਰ ਆਰਾਮ ਫਿਰ ਵੀ ਨਾ ਆਇਆ। ਰਿਖੀਕੇਸ਼ ਤੋਂ ਸਾਧੂ ਬੁਲਾਏ, ਤਿੱਬਤ ਲਾਮਾ ਵੀ ਬੁਲਾਇਆ ਗਿਆ, ਹੋਰ ਵੀ ਕਈ ਉਪਾਅ ਕੀਤੇ, ਪਰ ਸਭ ਨਿਸਫਲ। ਨਿਕਲ ਵਰਤੀਆਂ ਦਾ ਇਹੀ ਖਿਆਲ ਸੀ ਕਿ ਹੁਣ ਬਚਣ ਦੀ ਕੋਈ ਆਸ ਨਹੀਂ ਹੈ, ਕਿਉਂਕਿ ਡਾਕਟਰ ਨੇ ਵੀ ਕਹਿ ਦਿੱਤਾ ਸੀ ਕਿ 6 ਘੰਟਿਆਂ ਤੋਂ ਵੱਧ ਜਿਉਣਾ ਮੁਸ਼ਕਲ ਹੈ। ਹਰਚੰਦ ਸਿੰਘ ਨੂੰ ਬੁਲਾਓ, ਕਿ ਜਿਸ ਸਾਧੂ ਨੇ ਸ਼ਿਕਾਰਗਾਹ ਵਿੱਚੋਂ ਕਿਲਾ ਪਟਵਾਇਆ ਸੀ ਤੇ ਜਿਸ ਦੇ ਗੈਸ ਚੈਲ ਤੋਂ ਦਿਸਾ ਸਨ, ਉਸ ਨੂੰ ਕਿਸੇ ਤਰ੍ਹਾਂ ਬੁਲਾਵ। ਰਾਜ ਘਰਾਣੇ ਵਿੱਚੋਂ ਇਹ ਕਾਮਨਾ ਨਿਕਲੀ। ਸ਼ਾਹੀ ਹੁਕਮ ਅਨੁਸਾਰ ਸਰਦਾਰ ਹਰਚੰਦ ਸਿੰਘ ਨੇ ਬਾਬਾ ਜੀ ਦੀ ਹਜ਼ੂਰੀ ਵਿੱਚ ਹਾਜ਼ਰ ਹੋ ਕੇ ਬੇਨਤੀ ਕੀਤੀ, ਪਰ ਬਾਬਾ ਜੀ ਝੱਟ ਥੋੜੇ ਮੰਨਣ ਵਾਲੇ ਸਨ। ਨਿਰਭੈਤਾ ਦੀ ਨਲੀ ਬੋਲੀ, ਫਿਰ ਫਰਮਾਨ ਲੱਗੇ ਕਿ ਮਹਾਰਾਜੇ ਕੋਲ ਉਹ ਜਾਏ ਜੋ ਤਮਈ ਹੋਵੇ ਜਾਂ ਗੁਨਾਹਗਾਰ ਹੋਵੇ। ਨਾ ਸਾਨੂੰ ਕੋਈ ਤਮਾ ਹੈ ਤੇ ਨਾ ਕੋਈ ਐਸਾ ਕਸੂਰ ਕੀਤਾ ਹੈ। ਹਾਂ, ਜੇ ਅਪਰਾਧੀ ਹਾਂ ਤਾਂ ਪੁਲਿਸ ਘੱਲ ਕੇ ਮੰਗਾ ਲਵੇ। ਫਿਰ ਉੱਪਰੋਂ ਤਾਂ ਇਹ ਵੀ ਕਹਿਣਾ ਦੱਸਿਆ ਜਾਂਦਾ ਹੈ ਕਿ ਸਾਡਾ ਉਹਦਾ ਕੀ ਸੰਬੰਧ। ਉਸ ਨੇ ਤਾਂ ਗੁਰੂ ਗ੍ਰੰਥ ਸਾਹਿਬ ਵੀ ਮਹੱਲਾਂ 'ਚੋਂ ਚੁਕਾ ਦਿੱਤੇ ਹਨ। ਨਿਰਾਸ਼ ਹੋ ਕੇ ਸਰਦਾਰ ਹਰਚੰਦ ਸਿੰਘ ਤਾਂ ਵਾਪਸ ਆ ਗਿਆ, ਜਿਸ ਤੇ ਮਹਾਰਾਜਾ ਸਾਹਿਬ ਦੇ ਸੰਬੰਧੀ ਸੋਚੀ ਪੈ ਗਏ ਕਿਵੇਂ ਬੇਨਤੀ ਕੀਤੀ ਜਾਵੇ, ਹੋਰ ਕਿਸ ਨੂੰ ਭੇਜਿਆ ਜਾਵੇ। ਸਰਦਾਰ ਗੋਬਿੰਦਰ ਸਿੰਘ ਜੀ ਬੱਸੀਆਂ ਵਾਲੇ ਸੰਗਰੂਰ ਦੇ ਵਜ਼ੀਰ ਮਹਾਰਾਜਾ ਸਾਹਿਬ ਦੇ ਬੜੇ ਨਿਕਟਵਰਤੀ ਸਨ। ਉਹ ਪੁੱਜੋ ਵਾਲਿਆਂ ਦੇ ਵੀ ਸੇਵਕ ਸਨ ਤੇ ਇਸ ਮਿਸ਼ਨ ਲਈ ਹਰ ਤਰ੍ਹਾਂ ਯੋਗ ਸਨ। ਉਹ ਤੇ ਸਰਦਾਰ ਹਰਚੰਦ ਸਿੰਘ ਦੋਨੋਂ ਬਾਬਾ ਜੀ ਦੀ ਸੇਵਾ ਵਿਖੇ ਹਾਜ਼ਰ ਹੋਏ। ਸਾਰਾ ਹਾਲ ਦੱਸ ਕੇ ਇਹੀ ਬੇਨਤੀ ਕੀਤੀ, ਜਿਸ ਤੇ ਫਰਮਾਇਆ, ਗੱਲ ਇਹ ਹੈ ਕਿ ਜੇ ਅਸੀਂ ਇਸ ਹਾਲਤ ਵਿੱਚ ਪਟਿਆਲੇ ਜਾਵਾਂਗੇ ਤਦ ਤੁਸਾਂ ਆਸ ਬੰਨ੍ਹ ਲੈਣੀ ਹੈ ਕਿ ਮਹਾਰਾਜਾ ਸਾਹਿਬ ਜ਼ਰੂਰ ਰਾਜੀ ਹੋ ਜਾਣਗੇ। ਅਸੀਂ ਨਿਰੰਕਾਰ ਦੀ ਰਜਾ ਵਿੱਚ ਦਖਲ ਨਹੀਂ ਦੇ ਸਕਦੇ। ਦੋਨੋਂ ਸਰਦਾਰਾਂ ਨੇ ਆਪਣੀ ਮਜਬੂਰੀ ਦੱਸ ਕੇ ਜਦ ਫਿਰ ਬੇਨਤੀ ਕੀਤੀ ਕਿ ਦਰਸ਼ਨ ਜ਼ਰੂਰ ਦਿਓ, ਤਾਂ ਫਰਮਾਇਆ, ਜੇ ਅਸੀਂ ਉੱਥੇ ਜਾਈਏ ਤਾਂ ਮਹਾਰਾਜਾ ਸਾਹਿਬ ਭਾਵੇਂ ਰਾਜੀ ਹੋਵੇ ਭਾਵੇਂ ਨਾ, ਤੁਸਾਂ ਵਿੱਚੋਂ ਕਿਸੇ ਨੇ ਇਹ ਨਹੀਂ ਕਹਿਣਾ ਕਿ ਉਹ ਜ਼ਰੂਰ ਰਾਜੀ ਹੋਣ। ਅਸਾਂ ਤੇ ਭਜਨ ਪਾਠ ਵਾਸਤੇ ਕੀ ਹੀ ਕਹਿਣਾ ਹੈ। ਮਰਨਾ ਜਮਨਾ ਨਿਰੰਕਾਰ ਦੇ ਹੁਕਮ ਨਾਲ ਹੈ। ਜੇ ਮਹਾਰਾਜਾ ਮਰ ਗਿਆ ਤਾਂ ਲੋਕੀ ਕਈ ਗੱਲਾਂ ਕਰਨਗੇ ਕਿ ਸੰਤ ਵੀ ਬੁਲਾਇਆ। ਇਹ ਤਾਂ ਉੱਧਰ ਪਤਾ ਹੈ ਕਿ ਜੇ ਇਸ ਵੇਲੇ ਕੋਈ ਮਹਾਪੁਰਸ਼ ਬਾਹਾਂ ਪਕੜੇ ਤਾਂ ਪਾਰ ਉਤਾਰਾ ਹੋ ਜਾਏਗਾ। ਚੰਗਾ, ਸਰਬ ਰੋਗ ਕਾ ਔਖਦ ਨਾਮ। ਇਧਰ ਅਸਾਂ ਪਾਠ ਰੱਖੇ ਹੋਏ ਹਨ, ਤੁਸੀਂ ਜਾ ਕੇ 101 ਸੰਪਟ ਅਖੰਡ ਪਾਠ ਰਖਾਓ। ਮੌਕਿਆ ਬਣਿਆ ਤਾਂ ਆਪ ਵੀ ਆਵਾਂਗੇ। ਸੰਪਟ ਔਖੀ ਘੜੀ ਨਾ ਦੇਖਣ ਦੇਈ ਦਾ ਲਾਣਾ। ਅਖੰਡ ਪਾਠ ਰਖਾਉਣ ਸਮੇਂ ਇਹ ਅਰਦਾਸ ਮਹਾਰਾਜਾ ਸਾਹਿਬ ਨੂੰ ਕਰਨਾ ਹੋਵੇਗਾ ਕਿ ਭੋਗ ਸੁਣ ਸਕੀਏ, ਅਰਦਾਸ ਵਿੱਚ ਸ਼ਾਮਲ ਹੋਈਏ। ਸੰਤਾਂ ਦੇ ਦਰਸ਼ਨ ਹੋਣ ਤੇ 101 ਸੰਪਟ ਅਖੰਡ ਪਾਠਾਂ ਦਾ ਫਲ ਮਿਲੇ। ਇਹ ਹੁਕਮਨਾਮਾ ਲੈ ਕੇ ਸਰਦਾਰਾਂ ਨੇ ਉੱਥੋਂ ਹੀ ਕਾਰਾਂ ਮੋੜ ਲਈਆਂ ਤੇ ਆਉਂਦਿਆਂ ਹੀ ਸਾਰੇ ਪਾਸੇ ਮੋਟਰਾਂ ਭੇਜ ਕੇ 101 ਅਖੰਡ ਪਾਠਾਂ ਲਈ ਪਾਠੀ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ। ਤੇ ਜਿੱਥੇ ਕਿੱਥੇ ਜਗ੍ਹਾ ਮਿਲੀ ਤੇ ਜਿਵੇਂ ਪਾਠੀ ਆਉਂਦੇ ਗਏ ਪਾਠ ਰਖਾਉਂਦੇ ਗਏ। ਸ੍ਰੀ ਗੁਰੂ ਸਿੰਘ ਸਭਾ, ਜਾਦੂਗਰ, ਮੋਤੀ ਬਾਗ,
ਬਨਾਸਰ ਘਰ ਆਦਿ ਥਾਵਾਂ ਤੇ ਪਾਠ ਰੱਖੇ ਗਏ। ਈਦਗਾਹ ਵਿੱਚ ਕੁਰਾਨ ਸ਼ਰੀਫ ਦੇ ਤੇ ਮੰਦਰਾਂ ਵਿੱਚ ਗੀਤਾ ਦੇ ਪਾਠ ਵੀ ਰੱਖੇ ਗਏ ਤੇ ਤਾਰ ਦੁਆਰਾ ਬਾਬਾ ਜੀ ਦੇ ਪਾਸ ਬਾਗੀ ਹੀ ਖਬਰ ਭੇਜ ਦਿੱਤੀ ਗਈ। ਇੱਧਰੋਂ ਬਾਬਾ ਜੀ ਨੇ ਲਹਿਰੇ ਵੱਲ ਚਾਲੇ ਪਾ ਦਿੱਤੇ ਤੇ ਆਪਣੇ ਨਵੇਕਲੇ ਸਥਾਨ ਰੇਲ ਲਾਈਨ ਦੇ ਲਾਗੇ ਛੁੱਟੜ ਰੇਲਵੇ ਕੁਆਟਰ ਵਿੱਚ ਹੀ ਆਸਨ ਜਮਾ ਲਿਆ। ਸ਼ਾਮ ਨੂੰ ਜਦ ਲਹਿਰੇ ਦੇ ਗੁਰਦੁਆਰੇ ਪੁੱਜੇ ਤਾਂ ਦੀਵਾਨ ਸੱਜ ਗਿਆ। ਸੰਗਤਾਂ ਦੀ ਗਹਿਮਾ ਗਹਿਮ ਸੀ ਕਿ ਪਟਿਆਲੇ ਤੋਂ ਰਾਜਾ ਮਹੇਸ਼ ਇੰਦਰ ਸਿੰਘ ਜੀ, ਸਰਦਾਰ ਹਰਚੰਦ ਸਿੰਘ ਤੇ ਹੋਰ ਸਰਦਾਰਾਂ ਸਮੇਤ ਆ ਹਾਜ਼ਰ ਹੋਏ। ਇਹ 18-19 ਮਾਰਚ ਦੀ ਰਾਤ ਸੀ। ਲੋਕਾਂ ਨੇ ਖਿਆਲ ਕੀਤਾ ਕਿ ਮਹਾਰਾਜਾ ਸਾਹਿਬ ਆਏ ਹਨ। ਉਹਨਾਂ ਨੇ ਥੈਲੀ ਵਿੱਚ ਨਜ਼ਰਾਨਾ ਪੇਸ਼ ਕੀਤਾ, ਪਰ ਰਾਜਾ ਸਾਹਿਬ ਨੇ ਖੜੇ ਹੋ ਕੇ ਇਉਂ ਬੇਨਤੀ ਕੀਤੀ, ਮੈਂ ਇੱਥੇ ਰਾਜਾ ਬਣ ਕੇ ਨਹੀਂ ਆਇਆ, ਮੰਗਤਾ ਬਣ ਕੇ ਆਇਆ ਹਾਂ। ਮੇਰੇ ਵੱਲੋਂ ਸਾਰੀ ਸੰਗਤ ਬੇਨਤੀ ਕਰੋ ਕਿ ਬਾਬਾ ਜੀ ਪਟਿਆਲੇ ਚੱਲਣ। ਥੈਲੀ ਲੈਣ ਤੋਂ ਇਨਕਾਰ ਕਰ ਦਿੱਤਾ, ਪਰ ਫਿਰ ਸੰਗਤ ਦੇ ਬਹੁਤ ਮਜਬੂਰ ਕਰਨ ਤੇ ਥੈਲੀ ਪ੍ਰਵਾਨ ਕਰਕੇ ਉੱਥੇ ਹੀ ਪਾਠ ਦੀ ਸੇਵਾ ਵਿੱਚ ਅਰਪਣ ਕਰ ਦਿੱਤੀ ਤੇ ਸੰਤ ਵਧਾਵਾ ਸਿੰਘ ਜੀ ਪਾਸ ਵੀ ਬੇਨਤੀ ਕੀਤੀ ਕਿ ਉਹ ਵੀ ਬਾਬਾ ਜੀ ਨੂੰ ਪਟਿਆਲੇ ਜਾਣ ਲਈ ਪ੍ਰੇਰਨਾ ਕਰਨ। ਇਸ ਪਰ ਸੰਤ ਜੀ ਨੇ ਬਾਬਾ ਜੀ ਨੂੰ ਸਮਝਾਇਆ ਕਿ ਇਹ ਇੱਕ ਚੰਗਾ ਮੌਕਾ ਹੈ, ਤੁਹਾਨੂੰ ਪਟਿਆਲੇ ਜਾਣਾ ਚਾਹੀਦਾ ਹੈ। ਜ਼ਰੂਰ ਜਾ ਕੇ ਦਰਸ਼ਨ ਦਿਓ, ਜੇ ਹੋ ਸਕੇ ਤਾਂ ਮਹਾਰਾਜਾ ਸਾਹਿਬ ਨੂੰ ਰਾਜੀ ਵੀ ਕਰ ਦੇਣਾ। ਬਾਬਾ ਜੀ ਗਰੀਬ ਨਿਵਜ, ਅੱਜ ਤੇ ਇਹ ਬਿਮਾਰ ਹੈ, ਕੱਲ ਕੋਈ ਲਾਟ ਬਿਮਾਰ ਹੋ ਜਾਏਗਾ ਤੇ ਉਹ ਵੀ ਕਹੇਗਾ ਮੈਨੂੰ ਵੀ ਰਾਜੀ ਕਰ ਦਿਓ। ਇਹਨਾਂ ਪਾਪਾਂ ਨੂੰ ਕੌਣ ਚੁੱਕੇਗਾ? ਤੁਹਾਡੇ ਵਾਸਤੇ ਕੀ ਮੁਸ਼ਕਲ ਹੈ? ਸੰਤਾਂ ਨੇ ਅੱਗੋਂ ਫਰਮਾਇਆ, ਤੁਸੀਂ ਦੇਖ ਲਓ ਕਿ ਨਾਮਦੇਵ ਨੂੰ ਗਾਂ ਜੀਵਾਨ ਖਾਤਰ ਹਾਥੀ ਅੱਗੇ ਪੋਟਲੀ ਬੰਨ੍ਹ ਕੇ ਸੁੱਟਿਆ ਗਿਆ ਸੀ। ਤੁਸੀਂ ਚਾਹੁੰਦੇ ਹੋ ਕਿ ਸਾਡੇ ਨਾਲ ਵੀ ਇਹੋ ਜਿਹਾ ਸਲੂਕ ਹੋਵੇ? ਅੱਗਿਓਂ ਬਾਬਾ ਜੀ ਨੇ ਦਲੀਲ ਦਿੱਤੀ। ਰਾਜਾ ਸਾਹਿਬ ਤੇ ਸਰਦਾਰ ਬੜੇ ਹੈਰਾਨ ਕਿ ਇਹ ਚੰਗਾ ਸਾਧੂ ਹੈ। ਅਸੀਂ ਇੱਕ ਨੂੰ ਬੁਲਾਈਏ ਤਾਂ 10 ਆਉਂਦੇ ਹਨ, ਨਾ ਕੁਝ ਕਹਿਣ ਜੋਗੇ, ਵਿੱਚੋਂ ਕੁਝ ਡਰ ਗਏ ਤੇ ਕੁਝ ਘਾਬਰ ਗਏ। ਸਾਡਾ ਕੀ ਕੰਮ ਹੈ ਉੱਥੇ ਜਾਣ ਦਾ? ਸੰਤ ਲਹਿਰੇ ਵਾਲੇ ਕੀ ਅੱਗੇ ਗੁਰੂ ਨਾਨਕ ਸਾਹਿਬ ਰਾਜਿਆਂ ਕੋਲ ਨਹੀਂ ਗਏ? ਰਾਜਾ ਸ਼ਿਵਨਾਭ, ਰਾਜਾ ਉਗਰਸੈਨ, ਇੰਦਰਸੈਨ ਆਦਿ ਪਾਸ। ਬਾਬਾ ਜੀ, ਸਾਡਾ ਚਿੱਤ ਤਾਂ ਨਹੀਂ ਕਰਦਾ ਜਾਣ ਨੂੰ, ਪਰ ਜੇ ਤੁਹਾਡਾ ਹੁਕਮ ਹੈ ਤਾਂ ਅਸੀਂ ਨਰਕਾਂ ਵਿੱਚ ਵੀ ਜਾਣ ਨੂੰ ਤਿਆਰ ਹਾਂ। ਕਾਲੇ ਬੱਦਲ ਆ ਰਹੇ ਹਨ, ਕਾਲੀ ਘਟਾ ਛਾ ਰਹੀ ਹੈ, ਰੌਸ਼ਨੀ ਕਿਸੇ ਪਾਸੇ ਨਹੀਂ ਦਿਸਦੀ। ਚੰਗਾ, ਅਸੀਂ ਚਲੇ ਜਾਂਦੇ ਹਾਂ, ਪਰ ਸਾਨੂੰ ਜਾਨ ਬਚਾਉਣ ਲਈ ਕੋਈ ਨਾ ਕਹੇ। ਰਾਜਾ ਸਾਹਿਬ, ਦਰਸ਼ਨ ਜ਼ਰੂਰ ਦਿਓ, ਅੱਗੋਂ ਜਿਵੇਂ ਤੁਹਾਡਾ ਹੁਕਮ ਹੋਵੇਗਾ ਉਵੇਂ ਹੀ ਹੋਵੇਗਾ। ਇਸ ਪਰ ਬਾਬਾ ਜੀ ਨੇ ਪ੍ਰਵਾਨਗੀ ਦੇ ਦਿੱਤੀ। ਰਾਤ ਦੇ 9 ਵੱਜ ਰਹੇ ਸਨ। ਝਟਪਟ ਤਿਆਰੀ ਹੋ ਗਈ। ਸੰਗੀ ਸੇਵਕ, ਰਾਗੀ ਬਾਬਾ ਜੀ ਦੇ ਨਾਲ ਗਿਣਤੀ ਵਿੱਚ ਦਰਜਨ ਕੁ ਸਨ। ਉਹਨਾਂ ਲਈ ਹੋਰ ਕਾਰਾਂ ਦਾ ਪ੍ਰਬੰਧ ਕੀਤਾ ਗਿਆ ਤੇ ਬਾਬਾ ਜੀ ਤੇ ਰਾਜਾ ਸਾਹਿਬ ਦੀਆਂ ਕਾਰਾਂ ਉੱਥੋਂ ਚੱਲ ਕੇ 12 ਵਜੇ ਬੀਹਲੇ ਪੁੱਜੇ। 12:30 ਵਜੇ ਦਾ ਇਸ਼ਨਾਨ ਉੱਥੇ ਨਹਿਰ ਤੇ ਕੀਤਾ ਤੇ ਹੌਲੀ-ਹੌਲੀ ਚੱਲ ਕੇ ਸਵੇਰੇ 4 ਵਜੇ ਪਟਿਆਲੇ ਦੇ ਨੇੜੇ ਆ ਪਹੁੰਚੇ। ਪਟਿਆਲੇ ਸ਼ਹਿਰ ਤੋਂ 7.5 ਮੀਲ ਬਾਹਰ ਸਮਾਣੇ ਵਾਲੀ ਸੜਕ ਤੇ ਕਕਰਾਲੇ ਪਿੰਡ ਦੇ ਪਾਸ, ਜਿੱਥੋਂ ਹਵਾਈ ਅੱਡਾ ਨੇੜੇ ਹੀ ਸੀ, ਰੋੜੇ ਵਾਲਾ ਬਾਗ ਸੀ, ਜਿਸ ਵਿੱਚ ਕਈ ਪ੍ਰਕਾਰ ਦੇ ਅੰਬਾਂ ਦੇ ਰੁੱਖ ਸਨ। ਸੁਹਾਵਣੀ ਤੇ ਇਕਾਂਤ ਥਾਂ ਸਮਝ ਕੇ ਬਾਬਾ ਜੀ ਦਾ ਡੇਰਾ ਇੱਥੇ ਕੀਤਾ ਗਿਆ। ਝਟਪਟ ਤੰਬੂ ਲੱਗ ਗਏ ਤੇ ਇੱਕ ਛੋਟਾ ਜਿਹਾ ਸ਼ਹਿਰ ਹੀ ਵਸ ਗਿਆ। ਕੁਝ ਸੰਗੀਆਂ ਦੇ ਨਿਵਾਸ ਦਾ ਪ੍ਰਬੰਧ ਮੋਤੀ ਬਾਗ ਦੇ ਹਾਤੇ ਅੰਦਰ ਲੱਗੇ ਤੰਬੂਆਂ ਵਿੱਚ ਕੀਤਾ ਗਿਆ। ਪਾਠਾਂ ਦੇ ਭੋਗ ਜਿਉਂ-ਜਿਉਂ ਤਿਆਰ ਹੁੰਦੇ ਪੈਂਦੇ ਗਏ। ਸਰਦਾਰ ਸੰਪੂਰਨ ਸਿੰਘ ਜੀ ਦੀ ਜ਼ਬਾਨੀ ਤੀਜੇ ਦਿਨ ਸਵੇਰੇ ਬਾਬਾ ਜੀ ਨੇ ਸਾਨੂੰ ਬੁਲਾਇਆ ਤੇ ਪੁੱਛਿਆ ਕਿ ਕੁਝ ਪਤਾ ਲੱਗਾ ਹੈ, ਕੀ ਹੋਇਆ ਹੈ?
ਸਾਨੂੰ ਤਾਂ ਕੁਝ ਪਤਾ ਨਹੀਂ ਲੱਗਾ, ਅਸੀਂ ਬੇਨਤੀ ਕੀਤੀ। ਬਾਬਾ ਜੀ, ਰਾਤ ਨੂੰ ਅਸਾਂ ਇਹ ਵੇਖਿਆ ਹੈ ਕਿ 2 ਸਿੰਘ ਸਾਡੇ ਪਾਸ ਕਾਗਜ਼ ਲਿਆਏ ਹਨ। ਉਹਨਾਂ ਕਾਗਜ਼ਾਂ ਵਿੱਚੋਂ ਬਹੁਤ ਸਾਰੀਆਂ ਲਿਖਤਾਂ ਕੱਟੀਆਂ ਹੋਈਆਂ ਸਨ ਤੇ ਥੱਲੇ ਕੁਝ ਲਿਖਤਾਂ ਅਣਕੱਟੀਆਂ ਹੋਈਆਂ ਵੀ ਸਨ। ਸਿੰਘਾਂ ਨੇ ਕਿਹਾ ਕਿ ਤੁਸਾਂ ਕੁਝ ਨਹੀਂ ਕਹਿਣਾ ਹੋਵੇਗਾ ਕਿ ਕੀ ਹੋਵੇ ਜਾਂ ਕੀ ਨਾ ਹੋਵੇ। ਜੋ ਕੁਝ ਨਿਰੰਕਾਰ ਦੀ ਰਜ਼ਾ ਹੋਵੇ ਉਹੀ ਮੰਨ ਲੈਣੀ। ਇਸ ਦਾ ਮਤਲਬ ਇਹ ਹੈ ਕਿ ਮਹਾਰਾਜਾ ਸ਼ਾਇਦ ਹੀ ਬਚੇ। ਉਸੇ ਦਿਨ ਹੀ ਬਾਬਾ ਜੀ ਰਾਜ ਮਹਿਲ ਦੇ ਅੰਦਰ ਪਧਾਰੇ। 11 ਕੁ ਵਜੇ ਸਵੇਰ ਦਾ ਸਮਾਂ ਸੀ। ਮਹਾਰਾਜਾ ਸਾਹਿਬ ਪਲੰਗ ਤੇ ਬੇਹੋਸ਼ ਪਏ ਹੋਏ ਸਨ ਤੇ ਇੱਧਰ ਉੱਧਰ ਹਿਲ ਨਹੀਂ ਸਨ ਸਕਦੇ। ਬਾਬਾ ਜੀ ਪਲੰਗ ਦੇ ਪਵਾਦੀ ਵੱਲ ਜਾ ਖੜੇ ਹੋਏ। ਸਰਦਾਰ ਗੋਬਿੰਦਰ ਸਿੰਘ ਨੇ 2-3 ਵੇਰੀ ਮਹਾਰਾਜਾ ਸਾਹਿਬ ਦੇ ਕੰਨ ਵਿੱਚ ਕਿਹਾ, ਮਹਾਰਾਜ, ਮਹਾਰਾਜ, ਸੰਤ ਆ ਗਏ ਨੇ। ਜਿਸ ਪਰ ਮਹਾਰਾਜ ਸਾਹਿਬ ਨੇ ਨੇਤਰ ਖੋਲ੍ਹੇ ਤੇ ਸਿਰ ਨਿਵਾ ਕੇ ਨਮਸਕਾਰ ਕੀਤੀ। ਬਾਬਾ ਜੀ ਨੇ ਕੁਝ ਪੜ੍ਹਿਆ ਤੇ ਫਿਰ ਨੇੜੇ ਪਈ ਇੱਕ ਕੁਰਸੀ ਤੇ ਬਿਰਾਜ ਗਏ। ਜਦ ਬੇਨਤੀ ਕੀਤੀ ਗਈ ਕਿ ਕੁਝ ਕਿਰਪਾ ਕਰੋ ਤਾਂ ਫਰਮਾਇਆ, ਸਭ ਕੁਝ ਨਿਰੰਕਾਰ ਦੇ ਵੱਸ ਹੈ। ਪਾਠ ਹੋ ਰਹੇ ਹਨ, ਪਾਪ ਬਖਸ਼ੇ ਗਏ ਹਨ, ਜਿਵੇਂ ਕਿ ਉੱਪਰ ਦੱਸੇ ਦ੍ਰਿਸ਼ ਵੀ ਦਿਖਾਇਆ ਗਿਆ। ਬੇਨਤੀ ਕਰਨ ਤੇ ਰਾਣੀਆਂ ਨੂੰ ਵੀ ਦਰਸ਼ਨ ਦੇ ਕੇ 1 ਵਜੇ ਦੇ ਕਰੀਬ ਰਣਵਾਸ ਤੋਂ ਬਾਹਰ ਆ ਗਏ। ਪਾਠਾਂ ਵਿੱਚ ਫਿਰ ਕੇ ਦਰਸ਼ਨ ਕਰਨ ਉਪਰੰਤ ਆਪਣੇ ਆਸਨ ਤੇ ਆ ਬਿਰਾਜੇ। ਕੁਝ ਭੋਗ ਅਗਲੇ ਦਿਨ ਪੈ ਗਏ ਤੇ ਹੁਕਮਨਾਮਾ ਬਖਸ਼ਿਸ਼ਾਂ ਦਾ ਆਇਆ। ਰਾਜਾ ਮਹੇਸ਼ ਇੰਦਰ ਸਿੰਘ ਜੀ ਅਨੁਸਾਰ ਇਹਨਾਂ 15-20 ਦਿਨਾਂ ਵਿੱਚ ਜਿਤਨਾ ਭਜਨ ਪਾਠ ਹੋਇਆ, ਰਿਆਸਤ ਵਿੱਚ ਕਦੇ ਨਹੀਂ ਸੀ ਹੋਇਆ। ਇਹ 23 ਮਾਰਚ ਦਾ ਦਿਨ ਸੀ। ਥੋੜ੍ਹੀ ਦੇਰ ਪਿੱਛੋਂ ਤੋਪਾਂ ਛੁੱਟਣ ਦੀ ਆਵਾਜ਼ ਆਉਣੀ ਸ਼ੁਰੂ ਹੋਈ। ਬਾਬਾ ਜੀ ਨੇ ਫਰਮਾਇਆ, ਇਹ ਸਲਾਮੀ ਦੀਆਂ ਤੋਪਾਂ ਹਨ। ਮਾਲੂਮ ਹੁੰਦਾ ਹੈ ਕਿ ਮਹਾਰਾਜਾ ਸਾਹਿਬ ਚੜ੍ਹਾਈ ਕਰ ਗਏ ਹਨ। ਝੱਟ ਹੀ ਰਾਜਾ ਮਹੇਸ਼ ਇੰਦਰ ਸਿੰਘ ਸਾਹਿਬ ਤੇ ਸਰਦਾਰ ਗੁਰਬਿੰਦਰ ਸਿੰਘ ਹੋਰੀ ਆ ਪੁੱਜੇ ਤੇ ਮਹਾਰਾਜਾ ਸਾਹਿਬ ਦੇ ਚਲਾਣੇ ਦੀ ਖਬਰ ਦਿੱਤੀ। ਮੈਨੂੰ ਤੇ ਸਰਦਾਰ ਜਸਵੰਤ ਸਿੰਘ ਨੂੰ ਅਰਥੀ ਨਾਲ ਭੇਜਿਆ। ਸਾਡੇ ਵਾਪਸ ਆਉਣ ਤੇ ਬਾਬਾ ਜੀ ਨੇ ਕਲੇਰੀ ਜਾਣ ਦੀ ਤਿਆਰੀ ਕਰ ਲਈ ਤੇ ਸਭ ਸਰਦਾਰ ਵਿਦਾ ਕਰਨ ਲਈ ਆਏ। ਵਾਪਸੀ ਉਪਰੰਤ ਕਲੇਰਾ ਠਾਠ ਤੇ ਪੁੱਜਣ ਪਿੱਛੋਂ ਦਮਦਮੇ ਸਾਹਿਬ ਦੀ ਵਿਸਾਖੀ ਦੇ ਪੁਰਬ ਵਿੱਚ ਕੇਵਲ 3 ਕੁ ਹਫ਼ਤੇ ਰਹਿ ਗਏ ਸਨ। ਸਮਾਂ ਬਾਬਾ ਜੀ ਨੇ ਠਾਠ ਤੇ ਹੀ ਲੰਘਾਇਆ। ਪੂਰਨਮਾਸ਼ੀ ਦੇ ਅਵਸਰ ਤੇ ਕੁਝ ਉਤਸ਼ਾਹ ਵਾਲੇ ਸੰਗੀਆਂ ਨੇ ਇੱਕ ਆਇਲ ਇੰਜਨ ਮੰਗਵਾ ਕੇ ਪਹਿਲੀ ਵੇਰੀ ਬਿਜਲੀ ਨੂੰ ਠਾਠ ਦੀ ਸੇਵਾ ਕਰਨ ਦਾ ਮੌਕਾ ਦਿੱਤਾ। ਇਹ ਸਨ ਸਾਈਕਲਾਂ ਵਾਲੇ ਜਗਰਾਓਂ ਦੇ ਸ਼ੇਰ ਸਿੰਘ ਆਦਿ। ਰਾਜਗੱਦੀ ਤੇ ਵਿਰਾਜਨ ਉਪਰੰਤ ਮਹਾਰਾਜਾ ਯਾਦਵਿੰਦਰ ਸਿੰਘ ਪਟਿਆਲਾ ਨਰੇਸ਼ ਵੀ ਪੰਜਾਬ ਦੀ ਰਾਜਧਾਨੀ ਲਾਹੌਰ ਜਾਂਦੇ ਆਉਂਦੇ ਕਦੀ ਕਦਾਈ ਬਾਬਾ ਜੀ ਦਰਸ਼ਨ ਕਰਨ ਦਾ ਅਵਸਰ ਕੱਢ ਲੈਂਦੇ। ਉਹਨਾਂ ਦੀ ਵਜ਼ੀਰ ਮੰਡਲੀ ਵਿੱਚ ਕਈ ਪ੍ਰਕਾਰ ਦੇ ਪੁਰਖ ਸਨ ਜੋ ਨਹੀਂ ਸਨ ਚਾਹੁੰਦੇ ਕਿ ਨੌਜਵਾਨ ਮਹਾਰਾਜ ਸਾਹਿਬ ਸੰਤਾਂ ਦੀ ਸੰਗਤ ਪਿੱਛੇ ਪੈ ਜਾਣ। ਉਹਨਾਂ ਲਈ ਸੋਚਣੀਆਂ ਤੇ ਗੋਂਦਾਂ ਗੁੰਦਣੀਆਂ ਸੁਭਾਵਕ ਸਨ। ਇਹਨਾਂ ਦਿਨਾਂ ਦੀ ਹੀ ਗੱਲ ਹੈ ਕਿ ਇੱਕ ਵਾਰੀ ਲਾਹੌਰ ਮੀਟਿੰਗ ਹੋਣੀ ਸੀ। ਆਪਣੀ ਵਜ਼ੀਰ ਮੰਡਲੀ ਨਾਲ ਲਾਹੌਰ ਜਾਂਦਿਆਂ ਮਹਾਰਾਜਾ ਸਾਹਿਬ ਕਲੇਰਾ ਠਾਠ ਦੇ ਦਰਸ਼ਨ ਕਰਨ ਲਈ ਆਏ। ਸਰਦਾਰ ਰਤਨ ਸਿੰਘ ਅਨੁਸਾਰ ਜਦੋਂ ਇਹ ਸਾਰੇ ਸੱਜਣ ਸੱਜ ਗਏ ਤਾਂ ਬਾਬਾ ਜੀ ਪੁੱਛਣ ਲੱਗੇ ਕਿ ਕੋਈ ਗੱਲ ਹੈ ਤਾਂ ਕਰ ਲਵੋ। ਵਿੱਚੋਂ ਕਿਸੇ ਨੇ ਕਿਹਾ ਕਿ ਸਾਡੀ ਰਾਜ ਮੀਟਿੰਗ ਰਾਤ ਨੂੰ 8:30 ਵਜੇ ਹੈ, ਉੱਥੇ ਪੁੱਜਣਾ ਹੈ। ਕੋਈ ਗੱਲ ਨਹੀਂ, ਸਾਡੇ ਵੱਲੋਂ ਤਾਂ ਛੁੱਟੀ ਹੈ, ਬਾਬਾ ਜੀ ਨੇ ਅੱਗਿਓਂ ਫਰਮਾਇਆ। ਇਸ ਪਰ ਸਭ ਉੱਠ ਖੜੋਤੇ ਤਾਂ ਹਾਮਦ ਹੁਸੈਨ ਮਿਲਟਰੀ ਸਕੱਤਰ ਮਹਾਰਾਜ ਸਾਹਿਬ ਦੇ ਕੋਟ ਦਾ ਪੱਲਾ ਖਿੱਚ ਕੇ ਹੌਲੀ ਜਿਹੀ ਕਹਿਣ ਲੱਗਾ, ਇੱਕ ਬੇਨਤੀ ਤਾਂ ਕਰਨੀ ਹੈ। ਸੋ ਫਿਰ ਬੈਠ ਗਏ। ਮਹਾਰਾਜਾ ਸਾਹਿਬ ਨੇ ਬਚਨ ਕੀਤਾ ਕਿ ਮੇਰਾ ਤਾਂ ਕੋਈ ਫੁਰਨਾ ਨਹੀਂ, ਪਰ ਇਹ ਕੁਝ ਪੁੱਛਣਾ ਚਾਹੁੰਦਾ ਹੈ। ਬਾਬਾ ਜੀ, ਪੁੱਛੋ ਭਾਈ। ਹਾਮਦ ਹੁਸੈਨ, ਮੋਕਸ਼ ਦੀ ਪ੍ਰਾਪਤੀ ਕੈਸੇ ਹੋ?
यह एक सवाल मेरे मन में है। बाबा जी, मोक्ष है 4 तरह दी, ਸਰੂਪ, ਸਮੀਪ, ਸਾਯੁਕ, ਸਲੋਕ, ਕਿਹੜੀ ਦਾ ਗਾਹਕ ਹੈ? ਪ੍ਰਸ਼ਨ ਕੇ ਅੱਗੋਂ ਇਹ ਪ੍ਰਸ਼ਨ ਸੁਣ ਕੇ ਹੈਰਾਨ ਹੋ ਸੋਚੀ ਪੈ ਗਿਆ, ਕਿਉਂਕਿ ਤਾਂ ਕਿਸੇ ਦੇ ਕਹੇ ਕਹਾਏ ਇਤਨਾ ਸਵਾਲ ਕਰਨਾ ਹੀ ਸਿੱਖਿਆ ਸੀ। ਬਾਬਾ ਜੀ ਦਾ ਚੌਹਾਂ ਜ਼ਿਕਰ ਕਰੀਏ ਤਾਂ 20-25 ਮਿੰਟ ਲੱਗ ਜਾਣਗੇ ਤੇ ਤੁਹਾਨੂੰ ਜਾਣ ਦੀ ਕਾਹਲ ਹੈ। ਉਹਦੇ ਦਿਲ ਵਿੱਚ ਖਿਆਲ ਆਉਂਦਾ ਸੀ ਕਿ ਮੈਂ ਤਾਂ ਫੇਲ ਹੋ ਗਿਆ। ਫਿਰ ਮਹਾਰਾਜਾ ਸਾਹਿਬ ਵੱਲ ਤੱਕ ਕੇ, ਇਹਦਾ ਕਸੂਰ ਨਹੀਂ, ਕਿਸੇ ਨੇ ਇਹਨੂੰ ਦੱਸਿਆ ਹੋਇਆ ਸੀ ਕਿ ਇਹ ਬੇਇਲਮ ਸਾਧੂ ਹਨ, ਇਹਨਾਂ ਨੂੰ ਇਸ ਦਾ ਠੀਕ ਉੱਤਰ ਨਹੀਂ ਆਉਣਾ, ਤਾਂ ਇਸਨੇ ਸਵਾਲ ਕੀਤਾ ਹੈ। ਗੱਲ ਇਵੇਂ ਹੀ ਸੀ। ਸੋ ਉਸਨੇ ਪੱਲਾ ਛਡਾਉਣ ਦੀ ਕੀਤੀ ਤੇ ਸਾਰੇ ਮੋਟਰਾਂ ਤੇ ਸਵਾਰ ਹੋ ਕੇ ਆਪਣੇ ਰਾਹ ਪਏ। ਦਮਦਮੇ ਸਾਹਿਬ ਦੀ ਯਾਤਰਾ ਅੱਗੇ ਵਾਂਗ ਹੀ ਹੋਈ, ਜਿਸ ਦਾ ਵੇਰਵਾ ਦੂਜੇ ਭਾਗ ਵਿੱਚ ਦਿੱਤਾ ਗਿਆ ਹੈ। ਉੱਥੋਂ ਵਾਪਸੀ ਪਰ ਕੁਝ ਦਿਨ ਠਹਿਰਨ ਉਪਰੰਤ ਮਾਲਕ ਦੇ ਹੁਕਮ ਅੰਦਰ ਦਿੱਲੀ ਜਾਣ ਦੀ ਤਿਆਰੀ ਹੋ ਗਈ। ਟਿਕਾਣਾ ਐਤਕੀ ਵੀ ਖੂਨੀ ਨਾਲੇ ਦੀ ਖੰਡ ਹੀ ਕੀਤਾ। ਇਸ ਦੌਰੇ ਵਿੱਚ ਜੋ ਘਟਨਾਵਾਂ ਹੋਈਆਂ ਉਹਨਾਂ ਦਾ ਵੇਰਵਾ ਵਿਸ਼ੇਸ਼ ਤੌਰ 'ਤੇ ਪਤਾ ਨਹੀਂ ਲੱਗ ਸਕਿਆ। ਹਾਂ, ਅੱਗੇ ਵਾਂਗ ਹੀ ਪ੍ਰੋਗਰਾਮ ਚੱਲਦਾ ਰਿਹਾ। ਇੱਥੇ ਹਾਲੀ 10-12 ਦਿਨ ਹੀ ਲੰਘੇ ਸਨ ਕਿ ਇਲਾਹੀ ਹੁਕਮ ਅੰਦਰ ਕਿਸੇ ਨਵੇਂ ਥਾਂ ਤੋਂ ਖਿੱਚ ਪੈਣ ਲੱਗੀ। ਮਈ ਦਾ ਮਹੀਨਾ ਮੁੱਕਣ 'ਤੇ ਆਇਆ ਸੀ। ਸੋ ਜਿਵੇਂ ਕਿ ਕਿਸੇ ਹੋਰ ਥਾਂ 'ਤੇ ਦੱਸਿਆ ਗਿਆ ਹੈ, ਜਦ ਆਸਨ ਚੁੱਕਣ ਲੱਗੇ ਤੇ ਪਰਚੀਆਂ ਪਾਉਣ ਦੀ ਗੱਲ ਹੋਈ ਤਾਂ ਬਾਬਾ ਜੀ ਨੇ ਫਰਮਾਇਆ ਕਿ ਐਤਕੀ ਦੇਹਰਾਦੂਨ ਦੀ ਪਰਚੀ ਵੀ ਪਾਓ। ਸੰਗਤ ਵਿੱਚੋਂ ਜਦ ਕੁਝ ਮੁਖੀ ਸੰਗੀਆਂ ਨੇ ਬੇਨਤੀ ਕੀਤੀ ਕਿ ਉੱਥੇ ਤਾਂ ਕੋਈ ਸੰਗੀ ਨਹੀਂ, ਤਾਂ ਬਾਬਾ ਜੀ ਨੇ ਝੱਟ ਫਰਮਾਇਆ ਕਿ ਕੀ ਪਤਾ ਹੈ ਕਿ ਕਿਸੇ ਦੇ ਪੁੰਨ ਜਾਗ ਪੈਣ, ਕਿਉਂਕਿ ਪ੍ਰਾਣੀਆਂ ਦੇ ਪੁੰਨ ਹੀ ਪ੍ਰੇਦੇ ਹਨ। ਸੋ ਜਦ ਪਰਚੀਆਂ ਪਾਈਆਂ ਤਾਂ ਦੇਹਰਾਦੂਨ ਦੀ ਪਰਚੀ ਨਿਕਲੀ, ਜਿਸ ਵਿੱਚ ਪ੍ਰੋੜਤਾ ਗੁਰੂ ਸਾਹਿਬ ਦੇ ਹੁਕਮਨਾਮੇ ਨੇ ਵੀ ਕਰ ਦਿੱਤੀ। ਰਾਤ ਦੇ 7-8 ਵਜੇ ਦੇ ਲਗਭਗ ਕਾਰ ਵਿੱਚ ਚਾਲੇ ਪਾ ਦਿੱਤੇ, ਜਿਸ ਨੂੰ ਕਵੀ ਜੀ ਚਲਾ ਰਹੇ ਸਨ। ਮੇਰਠ ਪਹੁੰਚਣ ਤੋਂ ਪਹਿਲਾਂ ਹੀ ਰਾਤ ਦਾ ਇਸ਼ਨਾਨ ਕਰ ਸਵੇਰੇ ਰੁੜਕੀ ਪੁੱਜ ਗਏ। ਇੱਥੇ ਵੀ ਕਈ ਦਰਸ਼ਨ ਅਭਿਲਾਸ਼ੀ ਸਨ। 40-50 ਜਵਾਨ ਤਾਂ ਜਗਰਾਵਾਂ ਦੇ ਨੇੜੇ ਤੇੜੇ ਦੇ ਪਿੰਡਾਂ ਵਿੱਚੋਂ ਹੀ ਫੌਜੀ ਨੌਕਰੀ ਵਿੱਚ ਸਨ। ਪਾਠਕ ਜਾਣਦੇ ਹਨ ਕਿ ਹਜ਼ੂਰ ਸਾਹਿਬ ਦੀ ਯਾਤਰਾ ਕਰਨ ਤੋਂ ਪਹਿਲਾਂ ਬਾਬਾ ਜੀ ਨੇ ਆਪ ਵੀ ਸਫ਼ਰਮੈਨਾਂ ਦੇ ਤੌਰ 'ਤੇ ਲਗਭਗ 1 ਵਰ੍ਹਾ ਇੱਥੇ ਕੱਟਿਆ ਤੇ ਫੌਜੀ ਗੁਰਦੁਆਰੇ ਦੀ ਸੇਵਾ ਵੀ ਕੀਤੀ। ਬਾਬਾ ਸ਼ੇਰ ਸਿੰਘ ਹੋਰਾਂ ਰਾਹੀਂ ਪ੍ਰਾਪਤ ਹੋਏ ਹਾਲ ਅਨੁਸਾਰ ਸ਼ੇਰਪੁਰੇ ਦਾ ਸੂਬੇਦਾਰ ਕਿਸ਼ਨ ਸਿੰਘ ਵੀ ਇੰਨੀ ਦਿਨੀ ਇੱਥੇ ਨੌਕਰ ਸੀ। ਇਸੇ ਰਾਤ ਇਸ ਦੀ ਘਰਵਾਲੀ ਨੂੰ ਬਾਬਾ ਜੀ ਨੇ ਸੁਪਨੇ ਵਿੱਚ ਦਰਸ਼ਨ ਦਿੱਤੇ। ਇੱਕ ਤਰ੍ਹਾਂ ਇਹ ਆਉਣ ਦੀ ਸੂਚਨਾ ਹੀ ਸੀ, ਕਿਉਂਕਿ ਅਗਲੇ ਦਿਨ ਸਵੇਰ ਨੂੰ 9 ਵਜੇ ਦੇ ਲਗਭਗ ਹੀ ਬਾਬਾ ਜੀ ਫੌਜੀ ਗੁਰਦੁਆਰੇ ਅੱਗੇ ਆ ਪੁੱਜੇ ਤੇ ਉੱਥੋਂ ਸੂਬੇਦਾਰ ਹੋਰਾਂ ਨੂੰ ਇੱਕ ਮੰਤਰੀ ਬੁਲਾ ਭੇਜਿਆ। ਹਾਜ਼ਰ ਹੋ ਮੱਥਾ ਟੇਕ ਸੂਬੇਦਾਰ ਨੇ ਜਦ ਪ੍ਰਸ਼ਾਦੇ ਲਈ ਬੇਨਤੀ ਕੀਤੀ ਤਾਂ ਫਰਮਾਇਆ ਕਿ ਵਕਤ ਤੰਗ ਹੈ, ਠਹਿਰ ਨਹੀਂ ਸਕਦੇ। ਸੋ ਮੰਤਰੀ ਨੂੰ ਭੇਜ ਕੇ ਸੂਬੇਦਾਰ ਨੇ ਆਪਣੀ ਸੁਪਤਨੀ ਨੂੰ ਉੱਥੇ ਹੀ ਬੁਲਾ ਲਿਆ ਤੇ ਬੜੀ ਪ੍ਰਸੰਨਤਾ ਨਾਲ ਬਾਬਾ ਜੀ ਨੇ ਦੰਪਤੀ ਨੂੰ ਪ੍ਰਸ਼ਾਦ ਬਖਸ਼ਿਆ। ਬਾਬਾ ਜੀ ਦੀ ਮਹਾਨ ਸ਼ਖਸੀਅਤ ਤੋਂ ਸਭ ਫੌਜੀ ਤੇ ਉਹਨਾਂ ਦੇ ਰਾਹੀਂ ਵੱਡੇ ਅਫਸਰ ਵੀ ਭਾਵਕ ਸਨ। ਛਾਵਣੀ ਨਾਲ ਬਾਬਾ ਜੀ ਦਾ ਪੁਰਾਣਾ ਸਬੰਧ ਵੀ ਜਾਣਦੇ ਸਨ। ਸੋ ਫੌਜ ਵਿੱਚ ਝਟ ਛੁੱਟੀ ਹੋ ਗਈ। ਖੁਸ਼ੀ ਵਿੱਚ ਫੁੱਲੇ ਨਾ ਸਮਾਉਂਦੇ ਸਾਰੇ ਫੌਜੀ ਬਾਬਾ ਜੀ ਦੇ ਦਰਸ਼ਨ ਕਰਨ ਲਈ ਗੁਰਦੁਆਰੇ ਆ ਪਹੁੰਚੇ। ਬਾਬਾ ਜੀ ਵੱਲੋਂ ਬਚਨਾਂ ਦੀ ਬਖਸ਼ਿਸ਼ ਕਰਨ ਉਪਰੰਤ ਸਭ ਨੇ ਠਹਿਰਨ ਲਈ ਬੇਨਤੀ ਕੀਤੀ, ਪਰ ਬਾਬਾ ਜੀ ਠਹਿਰ ਨਾ ਸਕੇ। ਹਾਂ, ਫੌਜੀ ਲੰਗਰ ਤੋਂ ਹੀ ਕੁਝ ਪ੍ਰਸ਼ਾਦਾ ਪ੍ਰਵਾਨ ਕਰਕੇ ਮੋਟਰ ਵਿੱਚ ਰਖਾ ਲਿਆ ਤੇ ਨਾਲ ਹੀ ਉਹਨਾਂ ਦਾ ਇੱਕ ਜਵਾਨ ਬਿਠਾ ਲਿਆ। ਰੁੜਕੀ ਤੋਂ ਮੀਲ ਕੁ ਅਗਾਂਹ ਲੰਘ ਇੱਕ ਬਾਗ ਵਿੱਚ ਇਕਾਂਤ ਬੈਠ ਕੇ ਪ੍ਰਸ਼ਾਦਾ ਛਕ ਸੇਵਾਦਾਰਾਂ ਨੂੰ ਵਾਪਸ ਮੋੜਨ ਪਿੱਛੋਂ ਆਪ ਜੀ ਨੇ ਦੇਹਰਾਦੂਨ ਵੱਲ ਚਾਲੇ ਪਾ ਦਿੱਤੇ।
ਦਿੱਲੀ ਦੀ ਬਾਕੀ ਸੰਗਤ ਨੂੰ ਸਰਦਾਰ ਸੰਪੂਰਨ ਸਿੰਘ ਹੋਰੀ ਇੱਕ ਲਾਰੀ ਵਿੱਚ ਲਿਆ ਰਹੇ ਸਨ। ਰਾਹ ਵਿੱਚ ਇਹਨਾਂ ਦੇ ਮਨ ਵਿੱਚ ਖਿਆਲ ਆਇਆ ਕਿ ਦੇਹਰਾਦੂਨ ਤਾਂ ਮੇਰਾ ਇੱਕ ਭਰਾ ਹੈ। ਇਹ ਸਨ ਸਰਦਾਰ ਗੁਰਦਿਆਲ ਸਿੰਘ ਹੋਰੀ ਠੇਕੇਦਾਰ, ਜਿਨ੍ਹਾਂ ਨੂੰ ਸੁੱਤਿਆਂ ਤਾਂ ਜਗਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।